29 ਮਾਰਚ 1849 ਨੂੰ ਜਿਉਂ ਹੀ ਲਾਹੌਰ ਦਰਬਾਰ ਦਾ ਸੂਰਜ ਡੁੱਬਿਆ ਤਾਂ ਪੰਜਾਬ ਦੀ ਕਿਸਮਤ ਜਾਂ ਕਹਿ ਲਈ ਕਿ ਆਉਣ ਵਾਲੀ ਨਸਲਾਂ ਦੀ ਕਿਸਮਤ ਵੀ ਡੁੱਬ ਗਈ ਉਹਦੇ ਨਾਲ ਹੀ। ਤਾਂ ਉਹਦਾ ਨਤੀਜਾ ਆਪਾਂ ਹੁਣ ਦੇਖਦੇ ਪਏ ਹਾਂ। ਸਾਡੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਹਨ, ਸਾਡੇ ਇੱਥੇ ਦੇਖ ਲਓ ਤੁਸੀਂ, ਮਿਸਲਾਂ ਦੇ ਨਿਸ਼ਾਨ ਮਿਟਾ ਦਿੱਤੇ ਗਏ ਜਿੱਥੇ ਜਿੱਥੇ ਮਿਸਲਾਂ ਦੇ ਇਲਾਕੇ ਸੀ। ਲਾਹੌਰ ਦਰਬਾਰ ਦੇ ਜੋ ਵੀ ਨਿਸ਼ਾਨ ਸੀਗੇ, ਚਾਹੇ ਉਹ ਅੰਮ੍ਰਿਤਸਰ ਦਾ ਕਿਲ੍ਹਾ ਹੈ ਜਾਂ ਉੱਥੇ ਰਹਾਇਤ ਸੀਗੇ, ਮਹਿਲ ਸੀਗੇ, ਉੱਥੇ ਸ਼ਰਾਬਖਾਨੇ ਚੱਲਦੇ ਪਏ ਆ। ਸਾਡੇ ਫਲੋਰ ਵਾਲੇ ਕਿਲ੍ਹੇ 'ਤੇ ਉਹ ਆਰਮੀ ਕੋਲ ਸੀਗਾ ਅਤੇ ਪੁਲਿਸ ਟ੍ਰੇਨਿੰਗ ਸੈਂਟਰ ਬਣ ਗਿਆ। ਸੋ ਇਹ ਅਹਿਸਾਸ ਕਰਾਇਆ ਜਾਂਦਾ ਹੈ ਵੀ ਇਹਨਾਂ ਦਾ ਤਾਂ ਕੋਈ ਰਾਜ ਹੀ ਨਹੀਂ ਸੀਗਾ। ਇਹਨਾਂ ਦੇ ਜੋ ਸਾਡੇ ਸਿੰਬਲ ਸੀਗੇ, ਜਿਨ੍ਹਾਂ 'ਤੇ ਅਸੀਂ ਮਾਣ ਕਰਨਾ ਸੀਗਾ, ਜਿਹੜੀ ਸਾਡੀ ਵਿਰਾਸਤ ਸੀਗੀ, ਹੈਰੀਟੇਜ ਸੀਗਾ, ਜਿਸ ਰਾਜ ਨੂੰ ਦੇਖ ਕੇ ਅਸੀਂ ਸੁਪਨੇ ਲੈਣੇ ਸੀ, ਉਹ ਸਾਰਾ ਰੋਲਤਾ ਅਤੇ ਉਹ ਦਿਖਾਈ ਦਿੱਤਾ ਵੀ ਤੁਸੀਂ ਤਾਂ ਬਿਲਕੁਲ ਨਖਿੱਧ ਹੋ ਗਏ। ਪੰਜਾਬ ਸਰਕਾਰ ਦੇ ਸਿੰਬਲ 'ਚੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਤੀ। ਉਹ ਛੋਟੀ ਘਟਨਾ ਨਹੀਂ ਸੀ, ਉਹ ਸਾਡੇ ਸਵੈਮਾਨ 'ਤੇ ਸੱਟ ਮਾਰੀ ਸੀ। ਸਾਡੇ ਇੱਥੇ ਰਾਜ ਸਭਾ ਮੈਂਬਰ ਇਹੋ ਜਿਹੇ ਲਾਤੇ ਬਿਲਕੁਲ ਨਖਿੱਧ, ਤੁਹਾਨੂੰ ਪੁੱਛਿਆ ਵੀ ਨਹੀਂ ਗਿਆ। ਸੋ ਉਹ ਜਿਹੜੀ ਹੈ ਨਾ, ਜਿਹੜੀ ਪਿੰਚ ਕਰਦੀ ਹੈ ਸਾਨੂੰ, ਉਹ ਸਾਡਾ ਕਿਉਂਕਿ ਸਵੈਮਾਨ 'ਤੇ ਸੱਟ ਵੱਜੀ ਆ ਵੀ ਇਹ ਤਾਂ ਬੰਦੇ ਕੀ ਹੈ ਵੀ ਆਟਾ ਦਾਲ ਮੰਗਣ ਵਾਲੇ, ਬਿਜਲੀ ਮੰਗਣ ਵਾਲੇ ਆ, ਵੀ ਇਹਨਾਂ 'ਚ ਕੀ ਸਵੈਮਾਨ ਹੋ ਸਕਦੀ ਆ। ਉਹ ਬਾਰ-ਬਾਰ ਸਾਨੂੰ ਇਹ ਅਹਿਸਾਸ ਦਿਵਾਇਆ ਜਾ ਰਿਹਾ। ਅਸੀਂ ਰੋਜ਼ ਸਵੇਰੇ ਉੱਠ ਕੇ ਮਹਾਰਾਜ ਅੱਗੇ ਇਹੀ ਅਰਦਾਸ ਕਰੀਦੀ ਹੈ ਵੀ ਮਹਾਰਾਜ ਭੁੱਖ ਨਾ ਮਰ ਜਾਈਏ ਕੋਈ ਨਹੀਂ, ਪਰ ਗੈਰਤ ਨਾ ਮਰ ਜਾਵੇ ਸਾਡੇ 'ਚ, ਵੀ ਇਸ ਤਰ੍ਹਾਂ ਨਾ ਮਰੀਏ ਵੀ ਜਿਸ ਤਰ੍ਹਾਂ ਸਾਡੇ ਲੋਕਾਂ ਦਾ ਮਜ਼ਾਕ ਉੱਡਦਾ, ਸਾਡੇ ਨੌਜਵਾਨੀ ਦਾ ਮਜ਼ਾਕ ਉੱਡਦਾ। ਆਹ ਸਿੰਬਲ ਜਿਹੜਾ ਹੈ, ਨਿਸ਼ਾਨ ਸਾਹਿਬ ਹੈ, ਚੌਂਕੀ ਸੀਗੀ, ਉਹਦੇ ਆਸੇ ਪਾਸਿਓ ਜਿਸ ਤਰ੍ਹਾਂ ਪਹਾੜੀ ਨੂੰ ਛਾਂਗ ਦਿੱਤਾ ਗਿਆ, ਮਤਲਬ ਦੇਖ ਕੇ ਰੋਣਾ ਆਉਂਦਾ। ਤੁਸੀਂ ਇੰਨਾ ਦਰਦ ਰੱਖਦੇ ਹੋ, ਸਿੱਖ ਪੰਥ ਦੀ ਗੱਲ ਕਰਦੇ ਹੋ, ਸਰੂਪ ਕਿਉਂ ਨਹੀਂ? ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਹੈ ਅਤੇ ਉਹਦੇ ਵਿੱਚ ਕੋਈ ਮਾਇਨੇ ਨਹੀਂ ਹੈ ਮੈਂ ਹਿੰਦੂ ਆ ਜਾਂ ਮੈਂ ਮੁਸਲਮਾਨ ਹੈ। ਪੰਜਾਬ ਦੀ ਆਪ ਦੀ ਪਛਾਣ ਸਿੱਖੀਜ਼ਮ 'ਚੋਂ ਹੈ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ 'ਚੋਂ ਹੈ। ਇਹ ਖਾਲਸਾ ਰਾਜ ਸੀਗਾ, ਉਹ ਹਿੰਦੂਆਂ ਨਾਲ ਵੀ ਸੀਗਾ, ਸਿੱਖਾਂ ਨਾਲ ਵੀ ਸੀ, ਮੁਸਲਮਾਨਾਂ ਨਾਲ। ਸਿੱਖ ਤਾਂ ਹਮੇਸ਼ਾ ਮਾਈਨੋਰਟੀ ਰਹੀ ਆ। ਸਿੱਖਾਂ ਦੀ ਜਿਹੜੀ ਪੋਲੀਟਿਕਸ ਹੈ ਉਹ ਇਹ ਨਹੀਂ ਹੈ ਕਿ ਮੈਜੋਰੀਟੇਰੀਅਨ ਜਾਂ ਸਿਰਾਂ ਦੀ ਗਿਣਤੀ ਵਾਲੀ। ਸਿੱਖ ਤਾਂ ਉਦੋਂ ਵੀ 11% ਸੀ। ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਪਰਿਵਾਰ 'ਚੋਂ ਇੱਕ ਜਿਹੜਾ ਮੈਂਬਰ ਹੈਗਾ ਉਹ ਸਿੱਖ ਆ ਅਤੇ ਇੱਕ ਤੁਸੀਂ ਹਿੰਦੂ। ਹੁਣ ਇੱਕ ਹਿੰਦੂ ਹੋਣ ਦੇ ਨਾਤੇ ਤੁਸੀਂ ਇਹ ਗੱਲ ਕਰ ਰਹੇ ਹੋ ਜਾਂ ਸਿੱਖ ਹੋਣ ਦੇ ਨਾਤੇ? ਕਿਉਂਕਿ ਫਿਰ ਸੁਣਨ ਵਾਲਿਆਂ ਨੇ ਵੀ ਉਹ ਤੁਹਾਡੀ ਸੋਚ ਦੇ ਹਿਸਾਬ ਨਾਲ ਚੱਲਣਾ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਨੂੰ ਦੱਸਣਾ ਪਊਗਾ ਕਿ ਮੈਂ ਹਿੰਦੂ ਹਾਂ ਜਾਂ ਸਿੱਖ ਹਾਂ, ਪਰ ਜਦੋਂ ਮਸਲਾ ਮੇਰੀ ਆਈਡੈਂਟੀਟੀ ਦਾ ਆਊਗਾ ਉਦੋਂ ਮੈਂ ਆਪਣੀ ਆਈਡੈਂਟੀਟੀ ਦੇ ਬੇਸ 'ਤੇ ਖੜਾਂਗਾ। ਵੀ ਜਦੋਂ ਹਮਲਾ ਕਰੂਗੇ ਵੀ ਤੂੰ ਦੱਸ ਕਿਸ ਉਹਦੇ ਕੋਲੋਂ, ਜਦੋਂ ਗੱਲ ਹੋਊਗੀ ਪੰਜਾਬ ਲਈ ਲੜਨ ਮਰਨ ਦੀ, ਤਾਂ ਮੈਂ ਆਪਣੀ ਉਸ ਵੇਲੇ ਆਪਣੀ ਆਈਡੈਂਟੀਟੀ ਦੇ ਬੇਸ 'ਤੇ ਆਊਂਗਾ। ਮੈਂ ਇਹ ਜ਼ਰੂਰ ਮੰਨਦਾ ਕਿ ਜਦ ਸਿੱਖਾਂ ਨੇ ਸਭ ਤੋਂ ਵੱਡਾ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੁਰਬਾਨੀ ਦਿੱਤੀ ਹੈ ਤਾਂ ਸਭ ਤੋਂ ਵੱਡਾ ਕੁਝ ਗਵਾਇਆ ਉਹ ਲਾਹੌਰ ਦਰਬਾਰ ਗਵਾਇਆ। ਸੋ ਸਿੱਖ ਹੋਮਲੈਂਡ ਤਾਂ ਵਿਦਨ ਇੰਡੀਆ ਦੇ ਵਿੱਚ ਬਣਨਾ ਚਾਹੀਦਾ ਹੀ ਸੀਗਾ। ਇਹ ਮੈਂ ਹਮੇਸ਼ਾ, ਜੇ ਸਿੱਖਾਂ ਦੀ ਇੱਕ ਡਿਮਾਂਡ ਵੀ ਹੈ ਤਾਂ ਉਹਦੇ ਪੱਖ 'ਚ, ਉਹਨਾਂ ਦਾ ਹੱਕ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਇਸ ਵੇਲੇ ਅਸੀਂ ਉਸ ਥਾਂ ਦੇ ਉੱਤੇ ਖੜੇ ਹਾਂ ਜਿਹਨੂੰ ਖਾਲਸਾ ਰਾਜ ਦੀ ਹੱਦ ਕਿਹਾ ਜਾਂਦਾ। ਇੱਕ ਨਿਸ਼ਾਨ ਸਾਹਿਬ ਹੈ, ਨਿਸ਼ਾਨੇ ਖਾਲਸਾ ਹੈ। ਜੋ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਜਦੋਂ ਲਾਰਡ ਵਿਲੀਅਮ ਬੈਂਟਿੰਗ ਦੇ ਨਾਲ ਹੁੰਦੀ ਹੈ ਤਾਂ ਇੱਕ ਨਿਸ਼ਾਨ ਲਗਾਇਆ ਜਾਂਦਾ ਜਿੱਥੋਂ ਕਿ ਖਾਲਸਾ ਰਾਜ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਅਤੇ ਅੰਗਰੇਜ਼ਾਂ ਦੇ ਨਾਲ ਸੰਧੀ ਇਹ ਹੁੰਦੀ ਹੈ ਕਿ ਸਿੱਖ ਰਾਜ ਦੀ ਜਿਹੜੀ ਹੱਦ ਇਹ ਤੈਅ ਹੋ ਜਾਂਦੀ ਹੈ। ਸਿੱਖ ਹੁਣ ਇਸ ਤੋਂ ਬਾਅਦ ਸਤਲੁਜ ਤੋਂ ਪਾਰ ਨਹੀਂ ਜਾਣਗੇ ਅਤੇ ਅੰਗਰੇਜ਼ ਸਿੱਖ ਰਾਜ ਦੇ ਵੱਲ ਉੱਧਰੋਂ ਨਹੀਂ ਵਧਣਗੇ। ਅਤੇ ਉਹ ਥਾਂ ਜਿਹੜੀ ਹੈਗੀ ਆ, ਬੀਤੇ ਸਮੇਂ ਦੌਰਾਨ ਤੁਹਾਨੂੰ ਅਸੀਂ ਦਿਖਾਈ ਸੀ ਕਿ ਕਿਸ ਤਰ੍ਹਾਂ ਉਜਾੜ ਇਸ ਥਾਂ ਦੇ ਉੱਤੇ ਪਿਆ ਹੋਇਆ ਸੀ। ਇਸ ਥਾਂ ਦੇ ਉੱਤੇ ਆਉਣ ਲਈ ਕੋਈ ਰਸਤਾ ਨਹੀਂ ਸੀ। ਸੋ ਅੱਜ ਇੱਥੇ ਭਾਰੀ ਇਕੱਠ ਜਿਹੜਾ ਹੈ ਸਿੱਖ ਜਿਹੜੇ ਸੂਝਵਾਨ ਲੋਕ ਹੈਗੇ ਨੇ, ਜਿਹੜੇ ਇਸ ਨਿਸ਼ਾਨ ਦੇ ਪ੍ਰਤੀ ਸੁਚੇਤ ਹੈਗੇ ਨੇ, ਉਹ ਇਕੱਠੇ ਹੋਏ ਆ ਤਾਂ ਕਿ ਇਸ ਨਿਸ਼ਾਨ ਦੇ ਨਾਲ ਜਿਹੜੀ ਲੱਗਦੀ ਜ਼ਮੀਨ ਹੈਗੀ ਉਸ ਦੀ ਨਿਸ਼ਾਨਦੇਹੀ ਲਈ ਜਾ ਸਕੇ ਅਤੇ ਇਸ ਨਿਸ਼ਾਨ ਦੇ ਸੰਬੰਧ ਦੇ ਵਿੱਚ ਇਤਿਹਾਸਕ ਜਿਹੜਾ ਹੈਗਾ ਇਹ ਸਥਾਨ ਹੈ, ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਕੀਤਾ ਜਾਵੇ, ਉਸ ਦੇ ਲਈ ਵਿਚਾਰ ਗੋਸ਼ਟੀਆਂ ਹੋਈਆਂ। ਕੀ ਹਾਲ ਨੇ ਜੀ? ਕੀ ਨਾਂ ਤੁਹਾਡਾ? ਗੰਗਵੀਰ ਸਿੰਘ। ਤੁਸੀਂ ਕਿੱਦਾਂ ਸੋਚਦੇ ਹੋ ਅੱਜ ਇੱਥੇ ਆਏ ਹੋ, ਇਸ ਥਾਂ ਦੇ ਉੱਤੇ ਇਕੱਤਰਤਾ ਹੋਈ ਹੈ ਅਤੇ ਚਰਚਾਵਾਂ ਹੋਈਆਂ ਕਿ ਇਹ ਜਿਹੜਾ ਇਤਿਹਾਸਕ ਸਥਾਨ ਹੈ ਇਹਨੂੰ ਕਿਸ ਤਰ੍ਹਾਂ ਸਾਂਭਿਆ ਜਾ ਸਕਦਾ? ਦੇਖੋ, ਇਸ ਇਤਿਹਾਸਕ ਸਥਾਨ ਨੂੰ ਤਾਂ ਇਸ ਤਰ੍ਹਾਂ ਦੇਖਦੇ ਹਾਂ ਵੀ ਇੱਕ ਤਾਂ ਇਹ ਜਿੱਦਾਂ ਸਿੰਘ ਸਾਹਿਬ ਨੇ ਦੱਸਿਆ ਹੈ ਕਿ ਇਹ ਗੁਲਾਮੀ ਦਾ ਦੌਰ ਚੇਤਾ ਕਰਾਉਂਦਾ ਹੈ। ਸੋ ਇਹੀ ਚੀਜ਼ ਹੈ। 29 ਮਾਰਚ 1849 ਨੂੰ ਜਿਉਂ ਹੀ ਲਾਹੌਰ ਦਰਬਾਰ ਦਾ ਸੂਰਜ ਡੁੱਬਿਆ ਤਾਂ ਪੰਜਾਬ ਦੀ ਕਿਸਮਤ ਜਾਂ ਕਹਿ ਲਈ ਕਿ ਆਉਣ ਵਾਲੀ ਨਸਲਾਂ ਦੀ ਕਿਸਮਤ ਵੀ ਡੁੱਬ ਗਈ ਉਹਦੇ ਨਾਲ ਹੀ। ਤਾਂ ਉਹਦਾ ਨਤੀਜਾ ਆਪਾਂ ਹੁਣ ਦੇਖਦੇ ਪਏ ਹਾਂ
ਕਿਸੇ ਵੀ ਰਾਜ ਦੇ ਨਾ ਸਿੰਬਲ ਦਿਖਦੇ ਹੁੰਦੇ। ਤੁਸੀਂ ਲਖਨਊ ਚਲੇ ਜਾਓ, ਉੱਥੇ ਨਵਾਬਾਂ ਦੇ ਰਾਜ ਦਾ ਸਿੰਬਲ ਦਿਖਦਾ ਹੈ, ਪਤਾ ਲੱਗਦਾ ਮਾਣ ਕਰਦੇ ਆ ਉਹ। ਜਿਹੜਾ ਪੰਜਾਬ ਸਿੱਖਾਂ ਦੇ ਹਿੱਸੇ ਆਇਆ ਉਹਦੇ ਵਿੱਚ ਪੰਜਾਬ ਕਿੱਥੇ ਹੈ? ਸਾਡੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਹਨ, ਸਾਡੇ ਇੱਥੇ ਦੇਖ ਲਓ ਤੁਸੀਂ, ਮਿਸਲਾਂ ਦੇ ਨਿਸ਼ਾਨ ਮਿਟਾ ਦਿੱਤੇ ਗਏ ਜਿੱਥੇ ਜਿੱਥੇ ਮਿਸਲਾਂ ਦੇ ਇਲਾਕੇ ਸੀ। ਲਾਹੌਰ ਦਰਬਾਰ ਦੇ ਜੋ ਵੀ ਨਿਸ਼ਾਨ ਸੀਗੇ, ਚਾਹੇ ਉਹ ਅੰਮ੍ਰਿਤਸਰ ਦਾ ਕਿਲ੍ਹਾ ਹੈ ਜਾਂ ਉੱਥੇ ਰਹਾਇਤ ਸੀਗੇ, ਮਹਿਲ ਸੀਗੇ, ਉੱਥੇ ਸ਼ਰਾਬਖਾਨੇ ਚੱਲਦੇ ਪਏ ਆ। ਸਾਡੇ ਫਲੋਰ ਵਾਲੇ ਕਿਲ੍ਹੇ 'ਤੇ ਉਹ ਆਰਮੀ ਕੋਲ ਸੀਗਾ ਤੇ ਪੁਲਿਸ ਟ੍ਰੇਨਿੰਗ ਸੈਂਟਰ ਬਣ ਗਿਆ। ਸੋ ਇਹ ਅਹਿਸਾਸ ਕਰਾਇਆ ਜਾਂਦਾ ਹੈ ਵੀ ਇਹਨਾਂ ਦਾ ਤਾਂ ਕੋਈ ਰਾਜ ਹੀ ਨਹੀਂ ਸੀਗਾ। ਇਹਨਾਂ ਦੇ ਜੋ ਸਾਡੇ ਸਿੰਬਲ ਸੀਗੇ, ਜਿਨ੍ਹਾਂ 'ਤੇ ਅਸੀਂ ਮਾਣ ਕਰਨਾ ਸੀਗਾ, ਜਿਹੜੀ ਸਾਡੀ ਵਿਰਾਸਤ ਸੀਗੀ, ਹੈਰੀਟੇਜ ਸੀਗਾ, ਜਿਸ ਰਾਜ ਨੂੰ ਦੇਖ ਕੇ ਅਸੀਂ ਸੁਪਨੇ ਲੈਣੇ ਸੀ, ਉਹ ਸਾਰਾ ਰੋਲਤਾ ਤੇ ਉਹ ਦਿਖਾਈ ਦਿੱਤਾ ਵੀ ਤੁਸੀਂ ਤਾਂ ਬਿਲਕੁਲ ਨਖਿੱਧ ਹੋ ਗਏ ਆ। ਸੋ ਇਹੀ ਕਾਰਨ ਹੈ ਕਿ ਅੱਜ ਆਪਾਂ ਦੇਖਦੇ ਨਾ ਪੰਜਾਬ ਦੇ ਵਿੱਚ ਤਾਂ ਕੋਈ ਗੱਲ ਨਹੀਂ ਕਰਦਾ ਵੀ ਸਾਡੀ ਜਿਹੜੀ ਹੈਰੀਟੇਜ ਸੀਗੀ, ਸਾਡਾ ਇੱਕ ਰਾਜ ਸੀਗਾ, ਆਜ਼ਾਦ ਰਾਜ ਸੀਗਾ। ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਹੋਣੀ ਕਿ 1849 'ਚ ਇੱਕ ਸੋਵਰਨ ਨੇਸ਼ਨ ਗਿਆ ਹੈ। ਸੋਵਰਨ ਨੇਸ਼ਨ ਤੋਂ ਬਾਅਦ ਸਾਡੀ ਡਿਮਾਂਡ ਕਿੱਥੇ ਤੱਕ ਆ ਗਈ? ਅੱਜ ਦੇ ਟਾਈਮ ਤੱਕ ਆਪਾਂ ਦੇਖਦੇ ਹਾਂ ਇੱਕ ਸੋਵਰਨਿਟੀ ਤਾਂ ਅਸੀਂ ਖਤਮ ਹੀ ਹੋ ਗਈ। ਜੇ ਆਪਾਂ ਗੱਲ ਕਰਦੇ ਹਾਂ ਨਾ ਵੀ ਸੋਵਰਨ ਪੰਜਾਬ ਕਿਉਂ ਨਹੀਂ ਹੋ ਸਕਦਾ, ਉਹ ਕਹਿੰਦੇ ਇਹ ਤਾਂ ਜੀ ਫਿਰਕੂ ਹੋ ਗਏ ਜਾਂ ਵੱਖਵਾਦੀ ਹੋ ਗਏ, ਇਹ ਪਿਛੋਕੜੂ ਖਿਆਲਾਤ ਵਾਲੇ ਹੋ ਗਏ। ਵੀ ਤੁਸੀਂ ਸਿਰਫ ਇਹ ਮੰਗੋ ਵੀ ਰੋਟੀ ਰੁਜ਼ਗਾਰ। ਵੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਇਹੀ ਇੱਕ ਜਗ੍ਹਾ ਐਡੀ ਬਖਸ਼ਿਸ਼ ਹੋਈ ਆ ਮਹਾਰਾਜ ਦੀ ਕਿ ਰੋਟੀ ਖਾ ਕੇ ਹਰ ਕੋਈ ਬੰਦਾ ਕੀ ਮੰਗਣ ਪੰਜਾਬੀ? ਤੁਸੀਂ ਕੀ ਸੋਚਦੇ ਹੋ ਐਜ਼ ਅ ਪੰਜਾਬੀ, ਬੀਇੰਗ ਪੰਜਾਬੀ, ਤੁਸੀਂ ਕੀ ਮੰਗਦੇ ਹੋ? ਸਭ ਤੋਂ ਪਹਿਲਾਂ ਤਾਂ ਮੰਗਣ ਵਾਲੀ ਗੱਲ ਹੈ ਨਾ, ਆਪਾਂ ਤਾਂ ਕਿਸੇ ਸਰਕਾਰ ਅੱਗੇ ਨਹੀਂ ਮੰਗਦੇ, ਕਿਸੇ ਸ਼ਾਸਨ ਤੋਂ ਨਹੀਂ ਮੰਗਦੇ, ਨਾ ਹੀ ਅਸੀਂ ਮੰਗਦੇ ਹਾਂ। ਤਾਂ ਮਹਾਰਾਜ ਕੋਲ ਅਰਦਾਸ ਕਰੀਦੀ ਹੈ ਕਿ ਰੋਜ਼ ਸਾਡਾ ਜਿਹੜਾ ਸਵੈਮਾਨ ਹੈ ਨਾ ਉਹ ਸਾਨੂੰ ਦੇ ਦੇ। ਸਾਡਾ ਸਵੈਮਾਨ ਤੇ ਸੱਟ ਵੱਜੀ ਸੀ ਤਾਂ ਤੁਸੀਂ ਇਹ ਦੇਖ ਲਓ, ਪੰਜਾਬ ਸਰਕਾਰ ਦੇ ਸਿੰਬਲ 'ਚੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਤੀ। ਉਹ ਛੋਟੀ ਘਟਨਾ ਨਹੀਂ ਸੀ, ਉਹ ਸਾਡੇ ਸਵੈਮਾਨ 'ਤੇ ਸੱਟ ਮਾਰੀ ਸੀ। ਸਾਡੇ ਇੱਥੇ ਰਾਜ ਸਭਾ ਮੈਂਬਰ ਇਹੋ ਜਿਹੇ ਲਾਤੇ ਬਿਲਕੁਲ ਨਖਿੱਧ, ਤੁਹਾਨੂੰ ਪੁੱਛਿਆ ਵੀ ਨਹੀਂ ਗਿਆ। ਸੋ ਉਹ ਜਿਹੜੀ ਹੈ ਨਾ, ਜਿਹੜੀ ਪਿੰਚ ਕਰਦੀ ਹੈ ਸਾਨੂੰ, ਉਹ ਸਾਡਾ ਕਿਉਂਕਿ ਸਵੈਮਾਨ ਤੇ ਸੱਟ ਵੱਜੀ ਆ ਵੀ ਇਹ ਤਾਂ ਬੰਦੇ ਕੀ ਹੈ ਵੀ ਆਟਾ ਦਾਲ ਮੰਗਣ ਵਾਲੇ, ਬਿਜਲੀ ਮੰਗਣ ਵਾਲੇ ਆ, ਵੀ ਇਹਨਾਂ 'ਚ ਕੀ ਸਵੈਮਾਨ ਹੋ ਸਕਦੀ ਆ। ਉਹ ਬਾਰ-ਬਾਰ ਸਾਨੂੰ ਇਹ ਅਹਿਸਾਸ ਦਿਵਾਇਆ ਜਾ ਰਿਹਾ। ਅਸੀਂ ਰੋਜ਼ ਸਵੇਰੇ ਉੱਠ ਕੇ ਮਹਾਰਾਜ ਅੱਗੇ ਇਹੀ ਅਰਦਾਸ ਕਰੀਦੀ ਹੈ ਵੀ ਮਹਾਰਾਜ ਭੁੱਖ ਨਾ ਮਰ ਜਾਈਏ ਕੋਈ ਨਹੀਂ, ਪਰ ਗੈਰਤ ਨਾ ਮਰ ਜਾਵੇ ਸਾਡੇ 'ਚ, ਵੀ ਇਸ ਤਰ੍ਹਾਂ ਨਾ ਮਰੀਏ ਵੀ ਜਿਸ ਤਰ੍ਹਾਂ ਸਾਡੇ ਲੋਕਾਂ ਦਾ ਮਜ਼ਾਕ ਉੱਡਦਾ, ਸਾਡੇ ਨੌਜਵਾਨੀ ਦਾ ਮਜ਼ਾਕ ਉੱਡਦਾ। ਦੁਨੀਆ 'ਚ ਫਿਲਮਾਂ ਬਣਾਈਆਂ ਜਾ ਰਹੀਆਂ ਜੀ, ਉੱਡਦਾ ਪੰਜਾਬ ਦਾ ਮਤਲਬ ਜੀ ਆ ਨਸ਼ੇੜੀ ਬੰਦੇ ਆ। ਜਬੇ ਬਣ ਲੱਗ ਗਏ ਹੋ ਤਬੇ ਰੋਸ ਜਾਗੇ ਹੋ। ਤੁਸੀਂ ਕਹਿੰਦੇ ਹੋ ਕਿ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਚੰਦ ਕੁ ਲੋਕ ਜਿਹੜੇ ਹੈਗੇ ਹੋ ਉੱਠਦੇ ਹੋ, ਗੱਲ ਕਰਦੇ ਹੋ, ਬਾਕੀਆਂ ਨੂੰ ਤਾਂ ਪਤਾ ਨਹੀਂ ਲੱਗਦਾ। ਫਿਰ ਕਿੱਦਾਂ ਕਿਸੇ ਨੂੰ ਅਹਿਸਾਸ ਤਾਂ ਉਹਨੂੰ ਹੁੰਦਾ ਨਾ ਜਿਹੜਾ ਜਿਹਨੂੰ ਸੱਟ ਲੱਗੇ। ਕਿਉਂ ਨਹੀਂ ਲੱਗ ਰਹੀ ਸੱਟ ਫਿਰ ਲੋਕਾਂ ਨੂੰ? ਦੇਖੋ, ਹਰੇਕ ਦੌਰ ਦੀ ਇਹ ਖਾਸੀਅਤ ਹੁੰਦੀ ਹੈ। ਜਦੋਂ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਸੀਗਾ ਤਾਂ ਸ਼ੁਰੂਆਤ ਦੇ ਵਿੱਚ 5 ਲੋਕ ਹੀ ਆਏ ਸੀ ਜੋ ਸਿਰ ਦੇਣ ਨੂੰ ਤਿਆਰ ਹੋਏ ਸੀ। ਸੋ ਇਹ ਮਹਾਰਾਜ ਦੀ ਬਖਸ਼ਿਸ਼ ਹੈ। ਜਦੋਂ ਵੀ ਅਸੀਂ ਆਪਣੇ ਧਰਮ ਤੋਂ ਥੜਕਾਂਗੇ ਤਾਂ ਪੰਜਾਬ ਇਹੋ ਜਿਹਾ ਹੀ ਦਿਖੇਗਾ। ਧਰਮ ਤੋਂ ਥੜਕਣ ਦਾ ਮਤਲਬ ਕੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹਦੇ ਵਿੱਚ ਐਥੀਕਲ ਵੈਲਿਊਜ਼ ਹੈ, ਉਹਦੇ ਵਿੱਚ ਸਬਰ ਸੰਤੋਖ ਹੈ, ਉਹਦੇ ਵਿੱਚ ਸਵੈਮਾਨ ਨਾਲ ਜੀਣ ਦੀ ਸਾਨੂੰ ਉਹ ਸਿਖਾਇਆ ਗਿਆ। ਅਸੀਂ ਸਭ ਤੋਂ ਪਹਿਲਾਂ ਕਿਤੋਂ ਟੁੱਟੇ ਆ ਤਾਂ ਧਰਮ ਤੋਂ ਟੁੱਟੇ ਆ। ਅਸੀਂ ਦੀਨ ਦਾ ਜਿਹੜਾ ਮਸਲਾ ਹੈ ਨਾ, ਦੀਨ ਨੂੰ ਅਸੀਂ ਸਮਝ ਲੈਂਦੇ ਵੀ ਇਹ ਤਾਂ ਯਾਰ ਫਿਰਕੂ ਹੈ। ਉਹ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਦਿੱਤੀ ਹੈ ਸਾਨੂੰ ਵੈਸਟ ਨੇ ਦੇ ਦਿੱਤੀ ਹੈ ਜਾਂ ਕੁਛ ਖੱਬੇ ਪੱਖੀ ਖਿਆਲੀਆਂ ਨੇ ਦੇ ਦਿੱਤੀ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਹੋਗੇ ਵੀ ਆਪਣੇ ਆਪ ਨੂੰ ਸੈਕੂਲਰ ਕਹਾਣਾ, ਜਾਂ ਸੈਕੂਲਰ ਦੀ ਜਿਹੜੀ ਡਿਕਸ਼ਨਰੀ 'ਚ ਵਿਆਖਿਆ ਉਹ ਹੈ ਵੀ ਨਾਸਤਿਕ, ਮਤਲਬ ਉਹ ਕਹਾ ਕੇ ਤੁਸੀਂ ਵਧੀਆ ਬਣ ਜੂਗੇ। ਤਾਂ ਉਹਦਾ ਕ੍ਰਾਈਸਿਸ ਹੀ ਆ ਰਿਹਾ ਵੀ ਪੰਜਾਬ ਜਦੋਂ ਪੰਜਾਬ ਤੋਂ ਹਟ ਕੇ ਕੁਝ ਹੋਰ ਬਣਦਾ ਪਿਆ ਨਾ, ਤਾਂ ਉਹ ਉਹੀ ਹੈ ਵੀ ਜਿਹੜਾ ਦੀਨਹੀਨ ਜਿਹਾ ਪੰਜਾਬ ਹੈ, ਜਿਹੜਾ ਆਟਾ ਦਾਲ ਲੱਭਦਾ ਪਿਆ ਜਾਂ ਸਰਕਾਰ ਕੋਲੋਂ ਬਿਜਲੀ ਦਾ ਯੂਨਿਟ ਲੱਭਦਾ ਜਾਂ ਰੁਜ਼ਗਾਰ ਲੱਭਦਾ। ਨਹੀਂ ਤਾਂ ਮਹਾਰਾਜ ਨੇ ਸਾਨੂੰ ਇਸ ਧਰਤੀ ਨੂੰ ਇੰਨਾ ਕੁਝ ਬਖਸ਼ਿਆ, ਇੰਨੀਆਂ ਰੁੱਤਾਂ ਬਖਸ਼ੀਆਂ, ਦੁਨੀਆ ਦੇ ਵਿੱਚ ਮਿੱਠਾ ਪਾਣੀ ਸਿਰਫ ਸਾਡੇ ਕੋਲ ਹੈ। ਅਤੇ ਸਾਡੀ ਇਹ ਨਲਾਇਕੀ ਹੈ ਕਿ ਅਸੀਂ ਆਪਣੇ ਦਰਿਆਵਾਂ ਨੂੰ ਵੀ ਦਰਿਆ ਦੀ ਤਰ੍ਹਾਂ ਨਹੀਂ ਦੇਖਦੇ। ਅਸੀਂ ਕਰਦੇ ਹਾਂ ਜੀ ਇਹ ਖਤਮ ਹੋ ਜਾਂਦਾ ਕੀ ਹੈ, ਸਾਨੂੰ ਕੀ ਫਰਕ ਪੈਂਦਾ, ਅਸੀਂ ਇਹਨਾਂ ਨੂੰ ਪਲੀਤ ਕਰਦੇ ਪਏ ਹਾਂ। ਆਹ ਦਰਿਆ ਜਾਂਦਾ, ਆਹ 2 ਕਿਲੋਮੀਟਰ ਅੱਗੇ ਦੇਖ ਲੈਣਾ, ਇੰਡਸਟਰੀਅਲ ਵੇਸਟ ਸਾਰਾ ਰਾਤ ਨੂੰ ਦਰਿਆ ਦੇ ਵਿੱਚ ਪਾ ਦਿੱਤਾ ਜਾਂਦਾ ਹੈ। 2 ਕਿਲੋਮੀਟਰ 'ਤੇ ਹੀ ਤੁਹਾਨੂੰ ਇੱਥੇ ਕੈਂਸਰ ਦੇ ਐਡੇ ਕੇਸਿਸ ਮਿਲ ਜਾਣਗੇ। ਸੋ ਇਹ ਕਾਰਨ ਇਹੀ ਹੈ ਕਿ ਅਸੀਂ ਦੀਨ ਤੋਂ ਵੀ ਹਟੇ, ਪਵਨ ਗੁਰੂ ਪਾਣੀ ਪਿਤਾ ਇਹ ਮੰਨੋ ਅਸੀਂ ਹਟ ਗਏ ਤਾਂ ਪੰਜਾਬ ਦੀ ਹਾਲਤ ਆ ਗਈ ਹੈ। ਸੋ ਮਸਲਾ ਇਹੀ ਹੈ ਕਿ ਜਦ ਤੱਕ ਘਰ ਵਾਪਸੀ ਨਹੀਂ ਹੁੰਦੀ, ਘਰ ਵਾਪਸੀ ਇੱਥੇ ਆ ਕੇ ਹੋਣੀ ਹੈ। ਜ਼ਿਆਦਾ ਇਹ ਸਾਡੀ ਜਿਹੜਾ ਹੈਰੀਟੇਜ ਹੈ ਇਹਨੂੰ ਪਛਾਣੀਏ ਵੀ ਸਾਡੀ ਚੀਜ਼ ਤਾਂ ਆਪ ਹੈ,
ਵੀ ਇਹ ਸਨਮਾਨ ਨਾਲ ਇੱਥੇ ਖੜੀ ਹੋਣੀ ਚਾਹੀਦੀ ਹੈ, ਵੀ ਇਹ ਤੋਂ ਪਤਾ ਲੱਗਣਾ ਚਾਹੀਦਾ। ਤੁਸੀਂ ਇਹਨੂੰ ਦੇਖ ਕੇ ਦੇਖੋ ਵੀ ਇਹ ਤਾਂ ਐਂ ਲੱਗਦਾ ਵੀ ਆਸੇ ਪਾਸਿਓਂ ਔਰਾ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਇਹ ਸਾਨੂੰ ਨਾ ਖਰਾਚ ਕਿਸੇ ਨੇ ਦੇ ਦਿੱਤੀ, ਜਦ ਕਿ ਅਸੀਂ ਤਾਂ ਇਸੀ ਜਗ੍ਹਾ ਦੇ ਮਾਲਕ ਸੀਗੇ। ਆਹ ਸਿੰਬਲ ਜਿਹੜਾ ਹੈ ਨਿਸ਼ਾਨ ਸਾਹਿਬ ਹੈ, ਚੌਂਕੀ ਸੀਗੀ, ਉਹਦੇ ਆਸੇ ਪਾਸਿਓਂ ਜਿਸ ਤਰ੍ਹਾਂ ਪਹਾੜੀ ਨੂੰ ਛਾਂਗ ਦਿੱਤਾ ਗਿਆ, ਮਤਲਬ ਦੇਖ ਕੇ ਰੋਣਾ ਆਉਂਦਾ। ਤੁਸੀਂ ਇੰਨਾ ਦਰਦ ਰੱਖਦੇ ਹੋ, ਸਿੱਖ ਪੰਥ ਦੀ ਗੱਲ ਕਰਦੇ ਹੋ, ਸਰੂਪ ਕਿਉਂ ਨਹੀਂ? ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਸਰੂਪ ਸਾਡਾ ਜਿਹੜਾ ਘਰ ਹੈ ਨਾ, ਸਾਡੇ ਟੱਬਰ ਦੇ ਵਿੱਚ ਵੀ ਇੱਕ ਰਵਾਇਤ ਚੱਲਦੀ ਆ ਰਹੀ ਹੈ। ਸਾਡੇ ਘਰ ਦੇ ਵਿੱਚ ਹੀ ਨਾ ਮੇਰੇ ਮਤਲਬ ਪਿਛੋਕੜ ਹੀ, ਅਸੀਂ ਰਾਜਸਥਾਨ ਤੋਂ ਆਏ ਸੀ ਇੱਥੇ ਪੰਜਾਬ ਦੀ ਧਰਤੀ 'ਚ ਗੁਰੂ ਰਾਮਦਾਸ ਮਹਾਰਾਜ ਵੇਲੇ। ਇੱਕ ਭਰਾ ਹਿੰਦੂ ਰੱਖਦੇ ਸੀ, ਇੱਕ ਸਿੱਖ ਰੱਖਦੇ ਸੀ। ਮੇਰੇ ਫਾਦਰ ਸਾਹਿਬ ਬਿਲਕੁਲ ਮੋਨੇ ਆ, ਨਾਮ ਹਿੰਦੂ ਹੈ, ਸੁਰੇਸ਼ ਕੁਮਾਰ ਹੈ, ਤਾਇਆ ਜੀ ਸਿੱਖ ਹੈ, ਤਾਏ ਦੇ ਬੱਚਿਆਂ 'ਚੋਂ ਵੀ ਇੱਦਾਂ ਹੀ ਉਹ ਹੈ। ਸਾਡੀ ਫੈਮਿਲੀ ਦਾ ਇੱਕ ਟਰਡੀਸ਼ਨ ਆ ਰਿਹਾ, ਅਸੀਂ ਨਾਨਕਪੰਥੀ ਹਾਂ। ਸੋ ਇਹ ਸਾਡੀ ਉਹ ਹੈ। ਦੂਸਰੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਜ਼ਰੂਰੀ ਨਹੀਂ ਕਿ ਇੱਕ ਸਿੱਖ ਲਈਏ। ਪੰਜਾਬ ਜਿਹੜਾ ਸਿੱਖੀਜ਼ਮ ਹੈ, ਪੰਜਾਬ ਦਾ ਫਲਸਫਾ ਹੈ। ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਹੈ, ਅਤੇ ਉਹਦੇ ਵਿੱਚ ਕੋਈ ਮਾਇਨੇ ਨਹੀਂ ਹੈ ਮੈਂ ਹਿੰਦੂ ਆ ਜਾਂ ਮੈਂ ਮੁਸਲਮਾਨ ਹੈ। ਪੰਜਾਬ ਦੀ ਆਪ ਦੀ ਪਛਾਣ ਸਿੱਖੀਜ਼ਮ 'ਚੋਂ ਹੈ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ 'ਚੋਂ ਹੈ। ਜਦੋਂ ਪੰਜਾਬ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਦੇਖਿਆ ਜਾਂਦਾ ਕਿ ਕਿੰਨੇ ਲੋਕ ਪੰਜਾਬੀ ਬੋਲਦੇ ਆ, ਤਾਂ ਬਹੁਤੇ ਪੰਜਾਬ 'ਚ ਰਹਿਣ ਵਾਲੀ ਕਹਿ ਦਿੰਦੇ ਕਿ ਸਾਡੀ ਤਾਂ ਭਾਸ਼ਾ ਹਿੰਦੀ ਆ। ਦੇਖੋ ਇਹੀ ਚੀਜ਼ ਦਾ ਤਾਂ ਮਸਲਾ ਹੈ ਨਾ। ਤੁਸੀਂ ਪੁੱਛਿਆ, ਸਾਡੀ ਫੈਮਲੀਆਂ ਉਹ ਸੀਗੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਵੀ ਪੰਜਾਬੀ ਲਈ ਡਟੀਆਂ ਸੀ, ਅਤੇ ਅੱਜ ਵੀ ਅਸੀਂ ਪੰਜਾਬੀ ਲਈ ਡਟਦੇ ਹਾਂ। ਦੇਖੋ ਪੰਜਾਬ ਦਾ ਜਿਹੜਾ ਪੰਜਾਬ ਦੇ ਵਿੱਚ ਰਹਿਣ ਵਾਲਾ ਹਰੇਕ ਬੰਦਾ ਉਹ ਪੰਜਾਬੀ ਹੈ, ਪੰਜਾਬੀ ਬੋਲਦਾ ਵੈ। ਅਤੇ ਜਿਹੜਾ ਪੰਜਾਬ ਦੇ ਵਿੱਚ ਸੱਭਿਆਚਾਰ ਹੈ ਉਹ ਗੁਰੂਆਂ ਦੇ ਜਿਹੜੀ ਫਿਲੋਸਫੀ ਆ ਉਹਦਾ ਹੀ ਬਖਸ਼ਿਆ ਹੋਇਆ ਕਿ ਇੱਥੇ ਲੰਗਰ ਲੱਗਦੇ ਆ, ਕੋਈ ਭੁੱਖਾ ਨੰਗਾ ਨਹੀਂ ਰਹਿੰਦਾ, ਕੋਈ ਕੁਛ ਨਹੀਂ ਹੈ। ਅਤੇ ਇਹ ਜੇ ਅਸੀਂ ਇਹ ਸੋਚ ਲਈਏ ਵੀ ਜਿਹੜੀਆਂ ਰਿਲੀਜੀਅਸ ਲਾਈਨ 'ਤੇ ਖੜ੍ਹ ਕੇ ਫਾਲਟ ਲਾਈਨ 'ਤੇ ਰਹਿ ਕੇ ਅਸੀਂ ਇਹ ਚੀਜ਼ਾਂ ਨੂੰ ਤੋਂ ਮੁਨਕਰ ਹੋ ਜਾਈਏ, ਪੰਜਾਬ ਨੇ ਬਹੁਤ ਵੱਡੀ ਗਲਤੀ, ਪੰਜਾਬੀ ਹਿੰਦੂ ਨੇ ਬਹੁਤ ਵੱਡੀ ਗਲਤੀ 1966 'ਚ ਕੀਤੀ, 1961 ਦੇ ਵਿੱਚ ਕੀਤੀ, 51 ਦੇ ਵਿੱਚ ਕੀਤੀ ਵੀ ਅਸੀਂ ਸਾਡੀ ਮਾਂ ਬੋਲੀ ਹਿੰਦੀ ਹੈ। ਉਹਦੇ ਵਿੱਚ ਕੀ ਹੋਇਆ, ਪੰਜਾਬੀ ਹਿੰਦੂ ਨੇ ਤਾਂ ਪੰਜਾਬ ਤੋਂ ਹੀ ਦਾਅਵੇਦਾਰੀ ਛੱਡਤੀ ਅਤੇ ਅੱਜ ਤੱਕ ਜਲੀਲ ਹੋ ਰਿਹਾ। ਸੋ ਇਹ ਗੱਲ ਕਿਸੇ ਸਿੱਖ ਨਾਲੋਂ ਪਹਿਲਾਂ ਨਾ ਪੰਜਾਬੀ ਹਿੰਦੂ ਨੂੰ ਸਮਝਣੀ ਚਾਹੀਦੀ ਹੈ। ਖਾਲਸਾ ਰਾਜ ਸੀਗਾ ਉਹ ਹਿੰਦੂਆਂ ਨਾਲ ਵੀ ਸੀਗਾ, ਸਿੱਖਾਂ ਨਾਲ ਵੀ ਸੀ, ਮੁਸਲਮਾਨਾਂ ਨਾਲ। ਸਿੱਖ ਤਾਂ ਹਮੇਸ਼ਾ ਮਾਈਨੋਰਟੀ ਰਹੀ ਆ। ਸਿੱਖਾਂ ਦੀ ਜਿਹੜੀ ਪੋਲੀਟਿਕਸ ਹੈ ਉਹ ਇਹ ਨਹੀਂ ਹੈ ਕਿ ਮੈਜੋਰੀਟੇਰੀਅਨ ਜਾਂ ਸਿਰਾਂ ਦੀ ਗਿਣਤੀ ਵਾਲੀ। ਸਿੱਖ ਤਾਂ ਉਦੋਂ ਵੀ 11% ਸੀ, ਖਾਲਸਾ ਦਰਬਾਰ ਵੇਲੇ ਵੀ। ਉਦੋਂ ਵੀ ਪੰਜਾਬ ਦੇ ਵਿੱਚ ਖਾਲਸਾ ਫਲਸਫਾ ਹੀ ਰਾਜ ਕਰਦਾ ਸੀਗਾ। ਉਹ ਕਿਉਂ ਕਰਦਾ ਸੀਗਾ? ਕਿਉਂਕਿ ਆਪਣੀ ਫਿਲੋਸਫੀ ਕਰਕੇ। ਗੈਪ ਦਾ ਕਾਰਨ ਕੀ ਮੰਨਦੇ ਹੋ ਤੁਸੀਂ, ਜਿਹੜਾ ਇਹ ਇੱਕ ਦੋਨਾਂ ਕਮਿਊਨਿਟੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਪਰਿਵਾਰ ਚੋਂ ਇੱਕ, ਅਸੀਂ ਵੀ ਸੁਣਦੇ ਆਏ ਹਾਂ ਕਿ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਬੇਟੇ ਨੂੰ, ਆਪਣੇ ਬੱਚੇ ਨੂੰ ਸਿੱਖ ਬਣਾਉਂਦੇ ਸੀ, ਫਿਰ ਗੈਪ ਕਿੱਥੇ ਪੈ ਗਿਆ ਆ ਕੇ ਹੁਣ ਕਿਉਂ ਇਹ ਇਦਾਂ ਦੀ ਨਫ਼ਰਤ ਭਰ ਗਈ? ਇਹ ਨਾ ਹਿਸਟੋਰੀਕਲ ਇਹਦਾ ਬੈਕਗਰਾਊਂਡ ਹੈ। 1875 ਦੇ ਵਿੱਚ ਸਤਿਆਰਥ ਪ੍ਰਕਾਸ਼ ਆਇਆ ਦਿਆਨੰਦ ਦਾ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਵੇਲੇ ਉਹਨੇ ਮਾੜੀ ਸ਼ਬਦਾਵਲੀ ਵਰਤੀ ਸੀਗੀ ਉਸ ਦੇ ਵਿੱਚ। ਉੱਥੋਂ ਜਿਹੜੀ ਫਾਲਟ ਲਾਈਨਾਂ ਸ਼ੁਰੂ ਹੋਈਆਂ ਉਹਦੇ ਵਿੱਚੋਂ ਹੀ ਪੰਜਾਬੀ ਹਿੰਦੂ ਦੀ ਬੋਲੀ ਨੂੰ ਦੇਵਨਾਗਰੀ 'ਚ ਉਹ ਕਰ ਦਿੱਤਾ ਗਿਆ। ਅਤੇ ਫਿਰ ਜਦੋਂ ਉਹ ਹੁੰਦਾ 47 ਹੁੰਦਾ, ਫਿਰ ਪਟੇਲ ਆ ਜਾਂਦਾ ਇੱਥੇ, ਅਤੇ ਪਟੇਲ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਉਹ ਕਰ ਦਿੰਦਾ। ਅਤੇ ਜਿਹੜੇ ਪੰਜਾਬ ਦੇ ਉਦੋਂ ਹੀ ਜਿਹੜੀ ਹਿੰਦੁਸਤਾਨ ਹਕੂਮਤ ਹੈ ਉਹਨਾਂ ਨੇ ਕਿਲਾਬੰਦੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਕੱਲ੍ਹ ਨੂੰ ਸਿੱਖ ਹੋਮਲੈਂਡ ਜਾਂ ਸਿੱਖ ਲੈਂਡ ਨਾ ਮੰਗਣ ਲੱਗ ਜਾਣ, ਸਿੱਖ ਸਥਾਨ ਨਾ ਮੰਗ ਲੈਣ। ਤਾਂ ਉਹ ਉਹਨਾਂ ਨੇ ਜਲੀਲ ਕੀਤਾ। ਤੁਸੀਂ ਇਹ ਦੇਖ ਲੈਣਾ ਵੀ ਜਦੋਂ ਵੀ ਅੱਜ ਦੇ ਟਾਈਮ 'ਚ ਵੀ ਦੇਖੋ ਨਾ, ਗੁਜਰਾਤੀ ਤਾਂ ਜਿਹੜੇ ਆਏ ਆ ਨਾ ਡਿਪਲੋਮੈਟ, ਚਾਹੇ ਉਹ ਦਯਾਨੰਦ ਸੀਗਾ ਜਾਂ ਅਮਿਤ ਸ਼ਾਹ ਹੈ, ਇੱਕੋ ਕੰਮ ਕਰਦੇ ਪਏ ਆ। ਹੁਣ ਚੰਡੀਗੜ੍ਹ ਦੇ ਵਿੱਚੋਂ ਸਾਨੂੰ ਪਾਸੇ ਕਰਦੇ ਪਏ ਆ। ਇਹੀ ਕੰਮ ਪਟੇਲ ਨੇ ਕੀਤਾ। ਅਤੇ ਉਸ ਵੇਲੇ ਵੀ ਸਾਡੀ ਜਿਹੜੀ ਬਦਕਿਸਮਤੀ ਸੀ ਵੀ ਗੁਲਜ਼ਾਰੀ ਲਾਲ ਨੰਦਾ ਜਿਹੜਾ ਸੀਗਾ, ਉਹਨੇ ਚੰਡੀਗੜ੍ਹ ਸ਼ਹਿਰ ਲਈਏ ਜਿਹੜਾ ਉੱਥੇ ਦਾ ਆਥੈਂਟਿਕ ਡਾਟਾ ਸੀਗਾ ਉਹ ਉਹਨੇ ਖ਼ਤਮ ਕਰਤਾ, ਜਲਾ ਦਿੱਤਾ, ਅਤੇ ਉਹਦੀ ਜਗ੍ਹਾ ਫਰਜ਼ੀ ਡਾਟਾ ਬਣਾ ਕੇ ਉਸ ਖਿੱਤੇ ਨੂੰ ਹਿੰਦੀ ਖਿੱਤਾ ਜ਼ਾਹਰ ਕਰਤਾ। ਉਹਨੇ ਇਹ ਨਹੀਂ ਦੇਖਿਆ ਵੀ ਇਹਦੇ ਨਾਲ ਪੰਜਾਬੀ ਹਿੰਦੂ ਦਾ ਵੀ ਨੁਕਸਾਨ ਹੋ ਰਿਹਾ। ਸੋ ਇਹ ਜਿਹੜਾ ਦਵੇਸ਼ ਹੈ ਨਾ, ਜੇ ਪੰਜਾਬ ਦਾ ਹਿੰਦੂ ਆਪਣੇ ਆਪ ਨੂੰ ਜਿਹੜਾ ਹਿੰਦੂ ਨੇਸ਼ਨ ਸਟੇਟ ਨਾਲ ਜੋੜੇਗਾ ਵੀ ਸਾਡਾ ਤਾਂ ਉਹੀ ਰਾਸ਼ਟਰਵਾਦ ਹੈ, ਤਾਂ ਉਹ ਆਪਣਾ ਵੀ ਨੁਕਸਾਨ ਕਰੇਗਾ, ਆਪਣੀ ਜੜ੍ਹਾਂ ਤੋਂ ਟੁੱਟੇਗਾ। ਸੋ ਚੰਡੀਗੜ੍ਹ ਦੀ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਹੁਣ ਜਦੋਂ ਮਸਲਾ ਹੁਣ ਹੁੰਦਾ ਹੈ ਤਾਂ ਫਿਰ ਅਸ਼ਵਨੀ ਜਿਹੜੇ ਹੈਗੇ ਨੇ ਭਾਰਤੀ ਜਨਤਾ ਪਾਰਟੀ ਤੋਂ ਉੱਧਰ ਭੁਗਤਦੇ ਆ ਕਿਤੇ ਨਾ ਕਿਤੇ। ਤਾਂ ਫਿਰ ਇਹ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਇਹ ਜਿਹੜਾ ਹੈਗਾ ਕਦੀ ਪੰਜਾਬ ਦੇ ਹੱਕ ਵਿੱਚ ਖੜ ਪਾਊਗਾ? ਇੱਦਾਂ ਹੁਣ ਅੱਗੇ ਸੁਧਰ ਪਾਉਣਗੇ ਹਾਲਾਤ ਇਸ ਤਰ੍ਹਾਂ? ਦੇਖੋ, ਮੈਂ ਅਸ਼ਵਨੀ ਕੁਮਾਰ ਦੇ ਕੁਛ ਇੱਕ ਸਟੇਟਮੈਂਟ ਨਾਲ ਤਾਂ ਉਹਨਾਂ ਨੇ ਜੋ ਕਿਹਾ ਵੀ 85 ਤੋਂ 91 ਤੱਕ ਇੱਥੇ ਰੂਲ ਚੱਲਦਾ ਸੀਗਾ, ਉਹ ਠੀਕ ਵੀ ਆ। ਉਹਨਾਂ ਨੇ ਇਸ ਤਰ੍ਹਾਂ ਸੀਗਾ ਵੀ। ਪਰ ਇੱਕ ਗੱਲ ਇਹ ਹੈ ਵੀ ਜਦੋਂ ਤੱਕ ਆਪਣਾ ਆਪ ਅਸੀਂ ਕੇਂਦਰੀ ਪਾਰਟੀਆਂ ਨਾਲ ਜੋੜਾਂਗੇ ਨਾ, ਅਸ਼ਵਨੀ ਕੁਮਾਰ ਛੱਡੋ, ਜੋ
ਹੁਣ ਰਾਜ ਕਰ ਰਹੇ ਆ, ਇਹ ਤੋਂ ਪਹਿਲਾਂ ਰਾਜ ਕਰ ਰਹੇ ਸੀ ਜਾਂ ਉਹਨਾਂ ਤੋਂ ਪਹਿਲਾਂ ਰਾਜ ਕਰਦੇ ਸੀ। ਜਦੋਂ ਕੇਂਦਰੀ ਸੱਤਾ ਦੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੇ ਕਠਪੁਤਲੀਆਂ ਬਿਠਾਈਆਂ ਹੋਈਆਂ, ਜਦੋਂ ਸਾਨੂੰ ਯੈਸ ਬੋਸ ਕਰਨਾ ਪਊਗਾ ਨਾ ਉੱਪਰਲਿਆਂ ਨੂੰ, ਤਾਂ ਉਹ ਇਹੀ ਚੀਜ਼ਾਂ ਹੋਊਗੀਆਂ। ਉਹ ਭਾਵੇਂ ਪੰਜਾਬ 'ਚ ਹਿੰਦੂ ਬੈਠਾ, ਭਾਵੇਂ ਕੋਈ ਮੁਸਲਮਾਨ ਬੈਠਾ, ਭਾਵੇਂ ਕੋਈ ਸਿੱਖ ਬੈਠਾ, ਜਦੋਂ ਯੈਸ ਬੋਸ ਹੋਊਗਾ ਉਦੋਂ ਦਰਬਾਰਾ ਸਿੰਘ ਵੀ ਆਊਗਾ ਨਾਲ। ਜੇ ਜਗਤ ਨਾਰਾਇਣ ਜਾਂ ਗੁਲਜ਼ਾਰੀ ਲਾਲ ਨੰਦਾ ਆਊਗਾ ਜਾਂ ਚੰਦੂ ਲਾਲ ਤ੍ਰਿਵੇਦੀ ਆਊਗਾ, ਉਹਦੇ ਵਿੱਚ ਦਰਬਾਰਾ ਸਿੰਘ ਵੀ ਉਹੀ ਬੋਲੂਗਾ। ਹੁਣ ਤੁਸੀਂ ਇੱਕ ਸਿੱਖ, ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਪਰਿਵਾਰ 'ਚੋਂ ਇੱਕ ਜਿਹੜਾ ਮੈਂਬਰ ਹੈਗਾ ਉਹ ਸਿੱਖ ਆ ਤੇ ਇੱਕ ਤੁਸੀਂ ਹਿੰਦੂ। ਹੁਣ ਇੱਕ ਹਿੰਦੂ ਹੋਣ ਦੇ ਨਾਤੇ ਤੁਸੀਂ ਇਹ ਗੱਲ ਕਰ ਰਹੇ ਹੋ ਜਾਂ ਸਿੱਖ ਹੋਣ ਦੇ ਨਾਤੇ, ਕਿਉਂਕਿ ਫਿਰ ਸੁਣਨ ਵਾਲਿਆਂ ਨੇ ਵੀ ਉਹ ਤੁਹਾਡੀ ਸੋਚ ਦੇ ਹਿਸਾਬ ਨਾਲ ਚੱਲਣਾ। ਮੈਂ ਇਸ ਦਾਅਵੇ 'ਚ ਨਹੀਂ ਉਹ ਕਰਦਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਨੂੰ ਦੱਸਣਾ ਪਊਗਾ ਕਿ ਮੈਂ ਹਿੰਦੂ ਹਾਂ ਜਾਂ ਸਿੱਖ ਹਾਂ। ਪਰ ਜਦੋਂ ਮਸਲਾ ਮੇਰੀ ਆਈਡੈਂਟੀਟੀ ਦਾ ਆਊਗਾ, ਉਦੋਂ ਮੈਂ ਆਪਣੀ ਆਈਡੈਂਟੀਟੀ ਦੇ ਬੇਸ 'ਤੇ ਖੜਾਂਗਾ। ਵੀ ਜਦੋਂ ਹਮਲਾ ਕਰੂਗੇ ਵੀ ਤੂੰ ਦੱਸ ਕਿਸ ਉਹਦੇ ਕੋਲੋਂ, ਜਦੋਂ ਗੱਲ ਹੋਊਗੀ ਪੰਜਾਬ ਲਈ ਲੜਨ ਮਰਨ ਦੀ, ਤਾਂ ਮੈਂ ਆਪਣੀ ਉਸ ਵੇਲੇ ਆਪਣੀ ਆਈਡੈਂਟੀਟੀ ਦੇ ਬੇਸ 'ਤੇ ਆਊਂਗਾ। ਧਰਮ ਤਾਂ ਐਡੀ ਵੱਡੀ ਚੀਜ਼ ਹੈ, ਜੇ ਮਹਾਰਾਜ ਕੋਲੋਂ ਸਿੱਖੀ ਮੰਗੀ ਦੀ ਹੈ ਹੱਲੇ ਵੀ, ਪਰ ਉਸ ਤੋਂ ਪਹਿਲਾਂ ਅਰਦਾਸ ਕਰੀ ਦੀ ਹੈ, ਮਹਾਰਾਜ ਜੇ ਸਿੱਖੀ ਦੇਣੀ ਹੈ ਤਾਂ ਦਿਲ 'ਚ ਐਬ ਨਾ ਦੇਈਂ, ਕੋਈ ਇਹ ਨਾ ਹੋਵੇ ਕਿ ਸਿਰ 'ਤੇ ਪੱਗ ਹੋਵੇ ਤੇ ਕੋਈ ਕਲੰਕ ਖੱਟ ਲਵਾਂ। ਸੋ ਉਸ ਚੀਜ਼ ਤੋਂ ਡਰਦੇ ਆ। ਬਾਕੀ ਤੁਸੀਂ ਇਹ ਤੈਅ ਕਰ ਸਕਦੇ, ਮੈਂ ਨਹੀਂ ਇਸ ਉਹ 'ਚ ਵਿਵਾਦ 'ਚ ਨਹੀਂ ਪੈਂਦਾ। ਜਦੋਂ ਸਿੱਖ ਖਾਲਸਾ ਰਾਜ ਮੰਗਦੇ ਆ, ਜਦੋਂ ਸਿੱਖ ਆਪਣਾ ਇੱਕ ਅਲੱਗ ਰਾਜ ਮੰਗਦੇ ਆ, ਕਿਉਂਕਿ ਪਹਿਲਾਂ ਹੀ ਅੱਜ ਨਿਸ਼ਾਨ ਦੀ ਵੀ ਗੱਲ ਕਰੀਏ ਤਾਂ ਖਾਲਸਾ ਰਾਜ ਦੀ ਨਿਸ਼ਾਨੀ ਆ, ਇੱਕ ਅੰਦਰ ਦਰਦ ਤਾਂ ਲੈ ਕੇ ਚੱਲਦੇ ਆ ਨਾ। ਜਿਨ੍ਹਾਂ ਦਾ ਰਾਜ ਹੁੰਦਾ ਹੈ, ਕਦੀ ਰਾਜ ਰਿਹਾ ਹੁੰਦਾ, ਉਹਨਾਂ ਦੇ ਮਨ 'ਚ ਭਾਵਨਾ ਹੁੰਦੀ ਆ, ਤਾਂ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਭਾਵਨਾ ਨੂੰ? ਮੈਂ ਤੁਹਾਨੂੰ ਇਸ ਵਿਆਖਿਆ ਨੂੰ ਨਾ, ਮੈਂ ਇੱਕ ਹਿੰਦੂ ਦੇ ਨਜ਼ਰੀਏ ਤੋਂ ਗੱਲ ਕਰਾਂ। ਜਿਹੜਾ ਪਾਰਟੀਸ਼ਨ ਆਫ ਬ੍ਰਿਟਿਸ਼ ਇੰਡੀਆ ਹੋਇਆ ਹੈ, ਉਹ ਕੋਈ ਸੈਕੂਲਰ ਉੱਤੇ ਨਹੀਂ ਹੋਇਆ, ਕੋਈ ਸੈਕੂਲਰ ਕਹ ਲਓ, ਫਰਜ਼ੀ ਗੱਲ ਹੈ। ਉਹ ਹੋਇਆ ਟੂ ਨੇਸ਼ਨ ਥਿਊਰੀ ਦੇ ਬੇਸ 'ਤੇ, ਮੁਸਲਮਾਨ ਪਾਕਿਸਤਾਨ, ਹਿੰਦੂ ਇੰਡੀਆ ਜਿਹੜਾ ਬਟਵਾਰਾ ਹੋਇਆ। ਉਹਦੇ ਵਿੱਚ ਤੀਸਰੀ ਸ਼ਰਤ ਇਹ ਸੀਗੀ ਸਿੱਖ ਪੰਜਾਬ। ਅਤੇ ਮੈਂ ਭਾਵੇਂ ਹਿੰਦੂ ਹੋਵਾਂ ਭਾਵੇਂ ਮੁਸਲਮਾਨ ਹੋਵਾਂ, ਮੈਂ ਇਹ ਜ਼ਰੂਰ ਮੰਨਦਾ ਕਿ ਜਦ ਸਿੱਖਾਂ ਨੇ ਸਭ ਤੋਂ ਵੱਡਾ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੁਰਬਾਨੀ ਦਿੱਤੀ ਹੈ, ਤਾਂ ਸਭ ਤੋਂ ਵੱਡਾ ਕੁਝ ਗਵਾਇਆ ਉਹ ਲਾਹੌਰ ਦਰਬਾਰ ਗਵਾਇਆ। ਸੋ ਸਿੱਖ ਹੋਮਲੈਂਡ ਤਾਂ ਵਿਦਨ ਇੰਡੀਆ ਦੇ ਵਿੱਚ ਬਣਨਾ ਚਾਹੀਦਾ ਹੀ ਸੀਗਾ। ਇਹ ਮੈਂ ਹਮੇਸ਼ਾ, ਜੇ ਸਿੱਖਾਂ ਦੀ ਇੱਕ ਡਿਮਾਂਡ ਵੀ ਹੈ ਤਾਂ ਉਹਦੇ ਪੱਖ 'ਚ ਹੈ, ਉਹਨਾਂ ਦਾ ਹੱਕ ਹੈ। ਕਿਉਂਕਿ ਕੌਮਾਂ ਜਿਹੜੀਆਂ ਉਹ ਜਦ ਤੱਕ ਉਹਨਾਂ ਦਾ ਆਜ਼ਾਦ ਰਾਜ ਨਹੀਂ ਹੁੰਦਾ, ਉਹ ਗਰੋ ਨਹੀਂ ਕਰ ਸਕਦੀਆਂ। ਉਹਨਾਂ 'ਤੇ 10 ਤਰ੍ਹਾਂ ਦੀ ਤਬਦੀਲੀਆਂ ਹੁੰਦੀਆਂ, 10 ਤਰ੍ਹਾਂ ਦੀਆਂ ਬੰਦਿਸ਼ਾਂ ਹੁੰਦੀਆਂ। ਸੋ ਸਿੱਖ ਫਲਸਫੇ 'ਤੇ ਗੱਲ ਉਦੋਂ ਹੀ ਉਹ ਕਰ ਸਕਦੇ ਆ ਕਿ ਜਦ ਤੱਕ ਉਹ ਸੋਵਰਨਟੀ ਹੋਵੇ। ਦੂਸਰੀ ਗੱਲ ਇਹ ਹੈ ਵੀ ਸਿੱਖ ਫਲਸਫੇ ਦੇ ਵਿੱਚ ਨੇਸ਼ਨ ਸਟੇਟ ਦੀ ਕੋਈ ਥਾਂ ਨਹੀਂ ਹੈ, ਇਹ ਵੀ ਗੱਲ ਹੈ ਨਾ। ਹੁਣ ਪਰ ਜਦ ਹਿੰਦੂ ਨੇਸ਼ਨ ਸਟੇਟ ਦੀ ਗੱਲ ਆਉਂਦੀ ਹੈ ਅਤੇ ਇੱਕ ਮੁਸਲਿਮ ਨੇਸ਼ਨ ਸਟੇਟ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਜਿਹੜਾ ਪੰਜਾਬ ਹੈ ਨਾ, ਉਹ ਇੱਕ ਬਫਰ ਜ਼ੋਨ ਬਣਦਾ ਹੈ। ਉਹ ਬਫਰ ਜ਼ੋਨ ਦੇ ਨਾਲ ਹੀ ਜਿਹੜੀਆਂ ਦੋ ਸਿਵਲਾਈਜੇਸ਼ਨ ਦਾ ਟਕਰਾਵ ਹੈ ਨਾ, ਉਹ ਰੁਕਦਾ ਹੈ। ਸੋ ਇਸ ਕਰਕੇ ਮੈਂ ਪੰਜਾਬ ਨੂੰ ਹਮੇਸ਼ਾ ਹੀ ਸਿੱਖ ਪੰਜਾਬ ਵਜੋਂ ਦੇਖਦਾ। ਉਸ ਤੋਂ ਇਲਾਵਾ ਦੇਖਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਤੁਸੀਂ ਇਹ ਦੇਖ ਲੈਣਾ ਵੀ ਜੇ ਅੱਜ ਪੰਜਾਬ ਦੇ ਵਿੱਚ ਮੰਦਰਾਂ ਵਿੱਚ ਜਾਂ ਮਸੀਤਾਂ ਵਿੱਚ ਵੀ ਭੰਡਾਰੇ ਲੱਗਦੇ ਹੈ ਜਾਂ ਉਹ ਲੰਗਰ ਹੈ, ਉਹ ਲੰਗਰ ਪ੍ਰਥਾ ਸਿੱਖੀਜ਼ਮ ਤੋਂ ਆਈ ਹੈ। ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਕਿਤੇ ਵੀ, ਕਿਤੇ ਤੁਹਾਨੂੰ ਲੰਗਰ ਨਹੀਂ ਦਿਖੂਗੇ, ਕਿਤੇ ਜਗਰਾਤੇ ਤੱਕ ਨਹੀਂ ਦਿਖਣੇ, ਠੀਕ ਹੈ ਨਾ। ਉਹ ਇਸ ਕਲਚਰ ਦਾ ਅਸਰ ਹੈ। ਸੋ ਇਹ ਮੰਨਣਾ ਪਊਗਾ। ਅੱਜ ਜੇ ਗੰਗਵੀਰ ਇੱਥੇ ਪਹੁੰਚ ਜਾਂਦੇ ਆ ਤਾਂ ਤੁਹਾਨੂੰ ਪਤਾ ਕਿੱਦਾਂ ਲੱਗਦਾ? ਤੇ ਪਲੱਸ ਤੇ ਤੁਸੀਂ ਇੱਥੇ ਦੀਆਂ ਵਿਚਾਰ ਚਰਚਾਵਾਂ ਤੋਂ ਕੀ ਸੋਚਦੇ ਹੋ ਕਿ ਇੱਥੇ ਕੀ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਨਿਸ਼ਾਨ ਬਚੇ ਰਹਿਣ ਤੇ ਜਿਹੜੇ ਸਿੱਖਾਂ ਦੇ ਵਿੱਚ ਜਿਹੜੀ ਹੈਗੀ ਇਹ ਭਾਵਨਾ ਦੁਆਰਾ ਜਾਗਰਿਤ ਹੋਵੇ, ਦੁਆਰਾ ਆਪਣੇ ਨਿਸ਼ਾਨਾਂ ਨੂੰ ਲੈ ਕੇ, ਆਪਣੇ ਰਾਜ ਨੂੰ ਲੈ ਕੇ? ਦੇਖੋ, ਮੈਂ ਤਾਂ ਇਸ ਲੋਕਲ ਇਲਾਕੇ ਦਾ ਹੀ ਰੋਜ਼ ਲੰਘਦਾ, ਮੈਨੂੰ ਇਸ ਬਾਰੇ ਤਾਂ ਪਤਾ ਸੀਗਾ। ਅੱਜ ਦੀ ਕਾਨਫਰੰਸ ਦਾ ਮੈਨੂੰ ਇੱਕ ਮਿੱਤਰ ਕੋਲੋਂ ਹੀ ਪਤਾ ਲੱਗਿਆ ਵੀ ਅੱਜ ਇੱਥੇ ਕੁਝ ਪ੍ਰੋਗਰਾਮ ਹੈ, ਆਪਾਂ ਜਾਣਾ। ਤਾਂ ਮੈਂ ਇੱਕਦਮ ਜਦੋਂ ਹੀ ਮੈਨੂੰ ਸੁਨੇਹਾ ਲੱਗਾ ਤਾਂ ਮੈਂ ਤਿਆਰ ਹੋ ਗਿਆ ਅਤੇ ਮੈਂ ਆ ਗਿਆ। ਕਿਉਂਕਿ ਇਸ ਥਾਂ ਦਾ ਇੰਪੋਰਟੈਂਸ ਮੈਨੂੰ ਪਤਾ ਹੈ। ਕਾਫੀ ਸਾਲ ਤੋਂ ਪੜ੍ਹਦਾ ਆ ਰਿਹਾ, ਇਸ ਥਾਂ ਬਾਰੇ ਸੁਣਿਆ ਹੈ, ਇੱਥੇ ਆਉਂਦਾ ਜਾਂਦਾ ਰਿਹਾ, ਤਾਂ ਇਹ ਮੈਨੂੰ ਪਤਾ ਹੈ। ਅਤੇ ਮੈਂ ਹਮੇਸ਼ਾ ਹੀ ਇਸ ਪੱਖ 'ਚ ਹਾਂ ਕਿ ਇੱਥੇ ਕੋਈ ਕੁਛ ਚਾਰ ਕੁ ਬੰਦਿਆਂ ਦਾ ਨਿੱਜੀ ਟਰਸਟ ਨਹੀਂ ਬਣਨਾ ਚਾਹੀਦਾ। ਇਹ ਸਿੱਖਾਂ ਦੀ ਪ੍ਰੋਪਰਟੀ ਹੈ, ਇਹ ਤਾਂ ਬਚਾਉਣੀ ਚਾਹੀਦੀ ਹੈ ਅਤੇ ਇਹ 'ਤੇ ਵੱਡਾ ਹੈਰੀਟੇਜ ਬਣਨਾ ਚਾਹੀਦਾ। ਪਹਿਲਾਂ ਤਾਂ ਇਸ ਚੀਜ਼ ਨੂੰ ਸਾਰੇ ਨੂੰ ਆ ਜਿਹੜਾ ਜੋ ਵੀ ਆਸੇ ਪਾਸੇ ਲੋਸ ਹੋ ਰਿਹਾ ਨਾ, ਉਸ ਨੂੰ ਰੋਕਣਾ ਪੈਣਾ ਵੀ ਜਿਹੜਾ ਲੈਂਡ ਲੋਸ ਹੋ ਰਿਹਾ ਵਾ ਉਹਨੂੰ ਬਚਾ ਕੇ ਆਪਾਂ ਪ੍ਰੀਜ਼ਰਵ ਕਰਕੇ ਇੱਥੇ ਸਿੱਖ ਰਾਜ ਦੀ ਵਧੀਆ ਨਿਸ਼ਾਨੀ ਬਣਾਈਏ, ਜਿਹੜੀ ਕਿ ਪੂਰੀ ਦੁਨੀਆ ਦੇ ਸਿੱਖਾਂ ਦੀ ਕੌਮੀ ਜਿਹੜੀ ਯਾਦਗਾਰ ਹੋਵੇ ਅਤੇ ਉਹਨਾਂ ਨੂੰ ਚੇਤਾ ਦਿਵਾਵੇ ਲਾਹੌਰ ਦਰਬਾਰ ਇੱਥੇ ਹੋ ਸੀ। ਸੋ ਬਿਲਕੁਲ ਜਿੱਥੇ ਨਿਸ਼ਾਨ ਲੱਗੇ ਹੋਏ ਨੇ ਸਿੱਖ ਰਾਜ ਦੇ, ਜਿੱਥੇ ਸਿੱਖ ਰਾਜ ਦੀਆਂ ਗੱਲਾਂ ਹੋਈਆਂ ਤਮਾਮ, ਕਿਉਂਕਿ ਸਿੱਖਾਂ ਨੇ ਇੱਕ ਰਾਜ ਕੀਤਾ, ਬਿਹਤਰੀਨ ਰਾਜ ਦੁਨੀਆ ਦਾ ਕਿਹਾ ਜਾ ਸਕਦਾ। ਸੋ ਅੱਜ ਨਿਸ਼ਾਨ ਇੱਕ
ਉਹ ਨਿਸ਼ਾਨ ਜਿਹੜਾ ਉਹ ਗਵਾਹੀ ਭਰਦਾ ਉਸ ਇਤਿਹਾਸ ਦੀ, ਜਦੋਂ ਲਾਰਡ ਵਿਲੀਅਮ ਬੈਂਟਿੰਗ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋਈ ਸੀ। ਪਰ ਅੱਜ ਉਹ ਉਜਾੜਾ ਜਿਹੜਾ ਹੈਗਾ ਉਸ ਅਸਥਾਨ ਦਾ, ਇਸ ਇਤਿਹਾਸਿਕ ਥਾਂ ਦਾ ਹੋਇਆ ਉਸ ਦੇ ਲਈ ਅੱਜ ਇੱਕ ਕਾਨਫਰੰਸ ਰੱਖੀ ਗਈ ਸੀ। ਤਾਂ ਤੁਸੀਂ ਵਿਚਾਰ ਸੁਣੇ ਆ ਕਿ ਕੀ ਹੋਣਾ ਚਾਹੀਦਾ ਇੱਥੇ। ਅਜੇ ਤੱਕ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਨਹੀਂ ਪਤਾ ਕਿ ਇਹ ਥਾਂ ਕਿੱਥੇ ਹੈ। ਸੋ ਵੱਧ ਤੋਂ ਵੱਧ ਜਾਗਰਤੀ ਇਸ ਥਾਂ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਇਸ ਥਾਂ ਨੂੰ ਪੁਰਾਣੇ ਤਰ੍ਹਾਂ ਹੀ ਸੁਰਜੀਤ ਕੀਤਾ ਜਾਣਾ ਚਾਹੀਦਾ, ਤਾਂ ਕਿ ਸਿੱਖ ਰਾਜ ਜਿਹੜਾ ਕਿਸ ਤਰ੍ਹਾਂ ਦਾ ਸੀ ਤੇ ਸਿੱਖ ਰਾਜ ਦੀ ਜਿਹੜਾ ਇਤਿਹਾਸ ਕਿੱਦਾਂ ਦਾ ਸੀ ਉਹਦੇ ਬਾਰੇ ਸਾਡੀ ਪੀੜ੍ਹੀ ਨੂੰ, ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਲੱਗ ਸਕੇ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੂਪਨਗਰ।